ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜ਼ਰਾ 15ਵੀਂ ਸਦੀ ਦੇ ਉਸ ਦੌਰ ਬਾਰੇ ਸੋਚੋ ਜਦੋਂ ਸਮਾਜ ਜਾਤ-ਪਾਤ ਦੇ ਡੂੰਘੇ ਭੇਦਭਾਵ ਅਤੇ ਖੋਖਲੇ ਕਰਮਕਾਂਡਾਂ ਵਿੱਚ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ। ਅਜਿਹੇ ਸਮੇਂ ਵਿੱਚ ਇੱਕ ਅਜਿਹੀ ਆਵਾਜ਼ ਉੱਠੀ ਜਿਸ ਨੇ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਨੂੰ ਜੜੋਂ ਹਿਲਾ ਕੇ ਰੱਖ ਦਿੱਤਾ। ਸਾਡੀ ਅੱਜ ਦੀ ਇਸ ਖਾਸ ਪੇਸ਼ਕਾਰੀ ਵਿੱਚ ਆਪਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਇਨਕਲਾਬੀ ਸਿੱਖਿਆਵਾਂ ਦੀ ਗਹਿਰਾਈ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਵਾਂਗੇ। ਹੁਣ ਤੁਹਾਡੇ ਸਾਹਮਣੇ ਜੋ ਇਹ ਦੋ ਵਿਸਤ੍ਰਿਤ ਮਾਈਂਡ ਮੈਪ ਨੇ, ਇਹ ਅਸਲ ਵਿੱਚ ਇੱਕ ਪੂਰਾ ਇਤਿਹਾਸਿਕ ਸਫ਼ਰ ਬਿਆਨ ਕਰਦੇ ਨੇ। ਦੇਖੋ, ਖੱਬੇ ਪਾਸੇ ਮੁੱਢਲਾ ਜੀਵਨ ਅਤੇ ਸਿੱਖਿਆ ਦਾ ਵੇਰਵਾ ਹੈ ਅਤੇ ਸੱਜੇ ਪਾਸੇ ਉਨ੍ਹਾਂ ਦੀਆਂ ਮਹਾਨ ਯਾਤਰਾਵਾਂ ਅਤੇ ਅਮੀਰ ਵਿਰਾਸਤ ਦਾ। ਇਸ ਵਿਸ਼ਲੇਸ਼ਣ ਵਿੱਚ ਅਸੀਂ ਇਨ੍ਹਾਂ ਗੁੰਝਲਦਾਰ ਤੱਥਾਂ ਨੂੰ ਕਦਮ-ਦਰ-ਕਦਮ ਇੱਕ ਦਿਲਚਸਪ ਅਤੇ ਲਗਾਤਾਰ ਚੱਲਣ ਵਾਲੀ ਕਹਾਣੀ ਵਿੱਚ ਬਦਲਾਂਗੇ ਤਾਂ ਜੋ ਸਾਰੀ ਤਸਵੀਰ ਬਿਲਕੁਲ ਸਾਫ਼ ਹੋ ਸਕੇ। ਤਾਂ ਆਓ, ਇਸ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣਾ ਰਸਤਾ ਤੈਅ ਕਰ ਲਈਏ। ਆਪਾਂ ਇਸ ਨੂੰ 5 ਹਿੱਸਿਆਂ ਵਿੱਚ ਵੰਡਾਂਗੇ। ਪਹਿਲਾ, ਜਨਮ ਅਤੇ ਮੁੱਢਲਾ ਜੀਵਨ। ਦੂਜਾ, ਸਿੱਖਿਆ ਅਤੇ ਕੰਮਕਾਜ। ਤੀਜਾ, ਜਨੇਊ ਦੀ ਰਸਮ ਦਾ ਉਹ ਇਤਿਹਾਸਿਕ ਫੈਸਲਾ। ਚੌਥਾ, 4 ਮਹਾਨ ਉਦਾਸੀਆਂ। ਅਤੇ ਅੰਤ ਵਿੱਚ ਕਰਤਾਰਪੁਰ ਦੀ ਮਹਾਨ ਵਿਰਾਸਤ। ਚਲੋ ਫਿਰ, ਬਿਨਾਂ ਦੇਰੀ ਕੀਤਿਆਂ ਪਹਿਲੇ ਅਧਿਆਇ ਤੋਂ ਸ਼ੁਰੂਆਤ ਕਰਦੇ ਹਾਂ। ਜਨਮ ਅਤੇ ਮੁੱਢਲਾ ਜੀਵਨ। ਇਤਿਹਾਸ ਦਾ ਇਹ ਬਹੁਤ ਹੀ ਅਹਿਮ ਪੰਨਾ 15 ਅਪ੍ਰੈਲ 1469 ਨੂੰ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਈ ਦੀ ਤਲਵੰਡੀ ਵਿਖੇ ਹੋਇਆ। ਇਹ ਨਾਮ ਸੁਣ ਕੇ ਸ਼ਾਇਦ ਤੁਹਾਨੂੰ ਨਨਕਾਣਾ ਸਾਹਿਬ ਯਾਦ ਆ ਰਿਹਾ ਹੋਵੇਗਾ। ਬਿਲਕੁਲ, ਅੱਜਕੱਲ ਪੂਰੀ ਦੁਨੀਆ ਇਸ ਨੂੰ ਇਸੇ ਨਾਮ ਨਾਲ ਜਾਣਦੀ ਹੈ। ਇਤਿਹਾਸਿਕ ਸ਼ਹਿਰ ਲਾਹੌਰ ਤੋਂ ਮਹਿਜ਼ 64 ਕਿਲੋਮੀਟਰ ਦੀ ਦੂਰੀ ਤੇ ਵਸਿਆ ਇਹ ਸਥਾਨ ਉਸ ਮਹਾਨ ਸੋਚ ਦਾ ਕੇਂਦਰ ਬਣਿਆ ਜਿਸ ਨੇ ਆਉਣ ਵਾਲੀਆਂ ਸਦੀਆਂ ਦਾ ਮਾਰਗਦਰਸ਼ਨ ਕਰਨਾ ਸੀ। ਜੇਕਰ ਆਪਾਂ ਪਰਿਵਾਰਿਕ ਪਿਛੋਕੜ ਵੱਲ ਛਾਤੀ ਮਾਰੀਏ ਤਾਂ ਇਹ ਢਾਂਚਾ ਬਹੁਤ ਹੀ ਸਰਲ ਪਰ ਅਹਿਮ ਹੈ। ਪਿਤਾ ਜੀ ਸਨ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਸਨ ਤ੍ਰਿਪਤਾ ਜੀ। ਉਨ੍ਹਾਂ ਦੀ ਇੱਕ ਵੱਡੀ ਭੈਣ ਵੀ ਸਨ, ਬੇਬੇ ਨਾਨਕੀ ਜੀ, ਜਿਨ੍ਹਾਂ ਦਾ ਰੋਲ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਖਾਸ ਰਿਹਾ। ਜਨਮ ਬੇਦੀ ਖੱਤਰੀ ਵੰਸ਼ ਵਿੱਚ ਹੋਇਆ, ਪਰ ਇੱਥੇ ਇੱਕ ਹੋਰ ਬਹੁਤ ਦਿਲਚਸਪ ਨਾਮ ਆਉਂਦਾ ਹੈ, ਰਾਏ ਬੁਲਾਰ। ਇਹ ਉਸ ਇਲਾਕੇ ਦੇ ਸਥਾਨਿਕ ਜਾਗੀਰਦਾਰ ਸਨ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਉਨ੍ਹਾਂ ਪਹਿਲੇ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਬਾਲ ਉਮਰ ਵਿੱਚ ਹੀ ਗੁਰੂ ਸਾਹਿਬ ਦੇ ਅੰਦਰਲੀ ਰੂਹਾਨੀ ਰੌਸ਼ਨੀ ਨੂੰ ਪਛਾਣ ਲਿਆ ਸੀ। ਮੁੱਢਲੇ ਜੀਵਨ ਦੀ ਇਸ ਨੀਂਹ ਤੋਂ ਬਾਅਦ ਹੁਣ ਆਪਾਂ ਅੱਗੇ ਵਧਦੇ ਹਾਂ ਦੂਜੇ ਪੜਾਅ ਵੱਲ, ਸਿੱਖਿਆ ਅਤੇ ਕੰਮਕਾਜ। ਰਸਮੀ ਸਿੱਖਿਆ ਦੀ ਸ਼ੁਰੂਆਤ 7 ਸਾਲ ਦੀ ਉਮਰ ਵਿੱਚ ਹੋਈ ਸੀ। ਹੁਣ ਇਸ ਸਲਾਈਡ ਵਿੱਚ ਜੋ ਸਭ ਤੋਂ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ ਉਹ ਹੈ ਗੁਰੂ ਸਾਹਿਬ ਦੀ ਸਿੱਖਿਆ ਦੀ ਵਿਭਿੰਨਤਾ। ਦੇਖੋ, 3 ਵੱਖ-ਵੱਖ ਅਧਿਆਪਕਾਂ ਨੇ ਉਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ੇ ਪੜ੍ਹਾਏ। ਪਾਂਥਾ ਗੋਪਾਲ ਜੀ ਕੋਲੋਂ ਦੇਵਨਾਗਰੀ ਅਤੇ ਗਣਿਤ ਸਿੱਖਿਆ, ਪੰਡਿਤ ਬ੍ਰਿਜਲਾਲ ਜੀ ਨੇ ਸੰਸਕ੍ਰਿਤ ਦਾ ਗਿਆਨ ਦਿੱਤਾ ਅਤੇ ਮੌਲਵੀ ਕੁਤੁਬਦੀਨ ਜੀ ਕੋਲੋਂ ਫਾਰਸੀ ਭਾਸ਼ਾ ਦੀ ਸਿੱਖਿਆ ਲਈ। ਇਹ ਬਹੁਭਾਸ਼ਾਈ ਨੀਂਹ ਸਿਰਫ ਇਤਫਾਕ ਨਹੀਂ ਸੀ, ਦਰਅਸਲ ਇਹ ਉਸ ਵਿਸ਼ਾਲ ਸੋਚ ਦਾ ਮੁੱਢ ਸੀ ਜਿਸ ਨੇ ਅੱਗੇ ਚੱਲ ਕੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨਾਲ ਸੰਵਾਦ ਰਚਾਉਣਾ ਸੀ। ਸਿੱਖਿਆ ਤੋਂ ਬਾਅਦ ਜ਼ਿੰਦਗੀ ਇੱਕ ਨਵਾਂ ਮੋੜ ਲੈਂਦੀ ਹੈ, ਜਗ੍ਹਾ ਬਦਲਦੀ ਹੈ ਅਤੇ ਉਹ ਸੁਲਤਾਨਪੁਰ ਲੋਧੀ ਆ ਜਾਂਦੇ ਹਨ। ਇੱਥੇ ਉਨ੍ਹਾਂ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਯਾਨੀ ਕਿ ਅਨਾਜ ਭੰਡਾਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਹ ਨੌਕਰੀ ਉਨ੍ਹਾਂ ਦੇ ਰਿਸ਼ਤੇਦਾਰ ਜੈ ਰਾਮ ਜੀ ਨੇ ਲਗਵਾਈ ਸੀ। ਇਹ ਦੌਰ ਸਾਨੂੰ ਇੱਕ ਬਹੁਤ ਹੀ ਡੂੰਘੀ ਗੱਲ ਸਿਖਾਉਂਦਾ ਹੈ ਕਿ ਰੂਹਾਨੀ ਉੱਚਤਾ ਹਾਸਲ ਕਰਨ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਸੀਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਭੱਜ ਜਾਓ। ਇਮਾਨਦਾਰੀ ਨਾਲ ਕਿਰਤ ਕਰਨਾ ਉਸੇ ਉੱਚੇ ਫਲਸਫੇ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ। ਹੁਣ ਆਉਂਦਾ ਹੈ ਜ਼ਿੰਦਗੀ ਦਾ ਉਹ ਅਹਿਮ ਮੋੜ ਜਿੱਥੇ ਵਿਚਾਰਧਾਰਾ ਦੀ ਅਸਲ ਪਰਖ ਹੋਈ, ਜਨੇਊ ਦੀ ਰਸਮ ਤੋਂ ਇਨਕਾਰ। ਇਹ ਸਿਰਫ ਇੱਕ ਬਗਾਵਤ ਨਹੀਂ ਸੀ, ਇਹ ਇੱਕ ਨਵੀਂ ਸੋਚ ਦਾ ਆਗਾਜ਼ ਸੀ। ਆਪਾਂ ਸ਼ੁਰੂ ਵਿੱਚ ਗੱਲ ਕੀਤੀ ਸੀ ਨਾ ਸਮਾਜ ਦੀਆਂ ਸਮੱਸਿਆਵਾਂ ਬਾਰੇ। ਉਸ ਸਮੇਂ ਅੰਨ੍ਹੇਵਾਹ ਕਰਮਕਾਂਡਾਂ ਅਤੇ ਦਿਖਾਵੇ ਵਾਲੀਆਂ ਰਸਮਾਂ ਦਾ ਬੋਲਬਾਲਾ ਸੀ। ਜਦੋਂ ਗੁਰੂ ਸਾਹਿਬ ਨੂੰ ਰਵਾਇਤੀ ਸੂਤੀ ਧਾਗਾ ਯਾਨੀ ਜਨੇਊ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸਲੀ ਮੁੱਦਾ ਇਹ ਸੀ ਕਿ ਉਨ੍ਹਾਂ ਨੇ ਇਸ ਸਰੀਰਕ ਰਸਮ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਉਨ੍ਹਾਂ ਸਮਾਜਿਕ ਬੁਰਾਈਆਂ ਦਾ ਪਹਿਲਾ ਅਸਲੀ ਜ਼ਮੀਨੀ ਟਾਕਰਾ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਬਾਹਰੀ ਧਾਗਾ ਨਹੀਂ ਚਾਹੀਦਾ, ਮੈਨੂੰ ਤਾਂ ਸੱਚਾ ਜਨੇਊ ਚਾਹੀਦਾ ਹੈ, ਇੱਕ ਅਜਿਹਾ ਜਨੇਊ ਜੋ ਸਰੀਰ ਤੇ ਨਹੀਂ ਸਗੋਂ ਅੰਦਰੂਨੀ ਗੁਣਾਂ ਦੇ ਆਧਾਰ ਤੇ ਰੂਹ ਤੇ ਪਹਿਨਿਆ ਜਾਵੇ। ਅਤੇ ਇਸ ਅੰਦਰੂਨੀ ਗੁਣਾਂ ਵਾਲੇ ਜਨੇਊ ਨੂੰ ਬਿਲਕੁਲ ਸਪਸ਼ਟ ਕਰਨ ਲਈ ਆਸਾ ਦੀ ਵਾਰ ਦੇ ਪੰਨਾ 471 ਤੇ ਦਰਜ ਇਹ ਪਵਿੱਤਰ ਸਤਰਾਂ ਇਸ ਫਲਸਫੇ ਦਾ ਨਿਚੋੜ ਪੇਸ਼ ਕਰਦੀਆਂ ਹਨ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜੇਕਰ ਜਨੇਊ ਬਣਾਉਣਾ ਹੀ ਹੈ ਤਾਂ ਦਇਆ ਦੀ ਕਪਾਹ ਲਵੋ, ਉਸ ਤੋਂ ਸੰਤੋਖ ਦਾ ਸੂਤ ਯਾਨੀ ਧਾਗਾ ਬਣਾਓ, ਉਸ ਨੂੰ ਜਤ ਦੀਆਂ ਗੰਢਾਂ ਮਾਰੋ ਅਤੇ ਸੱਚ ਦਾ ਵਟ ਦੇਵੋ। ਇਹ ਅਸਲੀ ਨੇਕੀ।
ਇਹ ਇੱਕ ਅਜਿਹਾ ਤਰਕ ਸੀ ਜਿਸ ਨੇ ਖੋਖਲੇ ਰੀਤੀ ਰਿਵਾਜਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਹੁਣ ਇਹ ਨਵੀਂ ਅਤੇ ਇਨਕਲਾਬੀ ਸੋਚ ਸਿਰਫ ਇੱਕ ਪਿੰਡ ਜਾਂ ਸ਼ਹਿਰ ਤੱਕ ਸੀਮਿਤ ਤਾਂ ਨਹੀਂ ਰਹਿਣੀ ਸੀ। ਇਸੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸ਼ੁਰੂ ਹੁੰਦੀਆਂ ਨੇ 4 ਮਹਾਨ ਉਦਾਸੀਆਂ ਯਾਨੀ ਇਤਿਹਾਸਿਕ ਯਾਤਰਾਵਾਂ। ਜ਼ਰਾ ਸੋਚ ਕੇ ਦੇਖੋ, 15ਵੀਂ ਸਦੀ ਦਾ ਸਮਾਂ, ਕੋਈ ਆਧੁਨਿਕ ਆਵਾਜਾਈ ਦੇ ਸਾਧਨ ਨਹੀਂ। ਫਿਰ ਵੀ ਇਹ ਸਫ਼ਰ ਚਾਰੇ ਦਿਸ਼ਾਵਾਂ ਵੱਲ ਤੈਅ ਕੀਤਾ ਗਿਆ। ਪਹਿਲੀ ਉਦਾਸੀ ਪੂਰਬ ਵੱਲ ਸੀ, ਜਿੱਥੇ ਉਹਨਾਂ ਦੇ ਪੱਕੇ ਸਾਥੀ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ। ਇਹ ਸਫ਼ਰ ਸੁਲਤਾਨਪੁਰ ਤੋਂ ਲੈ ਕੇ ਬਨਾਰਸ, ਕਾਮਰੂਪ ਅਤੇ ਅਸਾਮ ਤੱਕ ਗਿਆ। ਫਿਰ ਦੱਖਣ ਵੱਲ ਸ਼੍ਰੀਲੰਕਾ ਤੱਕ, ਉੱਤਰ ਵੱਲ ਬਰਫੀਲੀਆਂ ਚੋਟੀਆਂ ਪਾਰ ਕਰਕੇ ਕੈਲਾਸ਼ ਪਰਬਤ ਤੱਕ, ਅਤੇ ਚੌਥੀ ਉਦਾਸੀ ਪੱਛਮ ਵੱਲ ਮੱਕਾ ਮਦੀਨਾ ਅਤੇ ਬਗਦਾਦ ਤੱਕ। ਇੰਨਾ ਵਿਸ਼ਾਲ ਭੂਗੋਲਿਕ ਸਫ਼ਰ ਜ਼ਿਆਦਾਤਰ ਪੈਦਲ ਤੈਅ ਕਰਨਾ ਆਪਣੇ ਆਪ ਵਿੱਚ ਹੀ ਇੱਕ ਬੇਹੱਦ ਹੈਰਾਨੀਜਨਕ ਅਤੇ ਮਹਾਨ ਪ੍ਰਾਪਤੀ ਹੈ। ਦੁਨੀਆ ਭਰ ਦਾ ਸਫ਼ਰ ਕਰਨ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਆਖਰੀ ਪਰ ਸਭ ਤੋਂ ਅਹਿਮ ਪੜਾਅ ਤੇ, ਕਰਤਾਰਪੁਰ ਅਤੇ ਅੰਤਿਮ ਵਿਰਾਸਤ। ਇੱਥੇ ਸਾਰਾ ਫਲਸਫਾ ਇੱਕ ਪੱਕੇ ਜਿਉਂਦੇ ਜਾਗਦੇ ਭਾਈਚਾਰੇ ਵਿੱਚ ਬਦਲ ਜਾਂਦਾ ਹੈ। ਇਹ ਨੰਬਰ 18 ਬਹੁਤ ਖਾਸ ਹੈ। ਇਤਿਹਾਸਿਕ ਯਾਤਰਾਵਾਂ ਤੋਂ ਬਾਅਦ 1522 ਤੋਂ ਲੈ ਕੇ 1539 ਤੱਕ ਪੂਰੇ 18 ਸਾਲ ਗੁਰੂ ਸਾਹਿਬ ਨੇ ਕਰਤਾਰਪੁਰ ਵਿਖੇ ਬਿਤਾਏ। ਇਹੋ ਸਮਾਂ ਸੀ ਜਦੋਂ ਉਹਨਾਂ ਨੇ ਆਪਣੇ ਦੁਨੀਆ ਭਰ ਦੇ ਤਜਰਬਿਆਂ ਅਤੇ ਉਪਦੇਸ਼ਾਂ ਨੂੰ ਨਿਰੀ ਥਿਊਰੀ ਤੋਂ ਕੱਢ ਕੇ ਇੱਕ ਠੋਸ ਅਤੇ ਸਥਾਈ ਸਮਾਜਿਕ ਢਾਂਚੇ ਦਾ ਰੂਪ ਦਿੱਤਾ। ਕਰਤਾਰਪੁਰ ਵਿੱਚ ਅਸਲ ਇਨਕਲਾਬ ਆਇਆ। ਆਪਾਂ ਗੱਲ ਕੀਤੀ ਸੀ ਨਾ ਜਾਤ-ਪਾਤ ਦੀ ਸਮੱਸਿਆ ਦੀ, ਇੱਥੇ ਉਸ ਦਾ ਪੱਕਾ ਇਲਾਜ ਕੱਢਿਆ ਗਿਆ। ਸੰਗਤ ਯਾਨੀ ਬਿਨਾਂ ਕਿਸੇ ਭੇਦਭਾਵ, ਅਮੀਰ-ਗਰੀਬ, ਉੱਚੀ-ਨੀਵੀਂ ਜਾਤ ਦੇ ਸਭ ਦਾ ਬਰਾਬਰ ਮਿਲ ਕੇ ਬੈਠਣਾ, ਅਤੇ ਪੰਗਤ ਯਾਨੀ ਇੱਕੋ ਕਤਾਰ ਵਿੱਚ ਬੈਠ ਕੇ ਇਕੱਠਿਆਂ ਲੰਗਰ ਛਕਣਾ। ਇਹ ਉਨ੍ਹਾਂ ਸਮਿਆਂ ਵਿੱਚ ਇੱਕ ਬਹੁਤ ਹੀ ਹਿੰਮਤ ਵਾਲਾ ਤੇ ਵੱਡਾ ਕਦਮ ਸੀ, ਅਤੇ ਇਸੇ ਪਵਿੱਤਰ ਸਥਾਨ ਤੇ ਜਪੂ ਜੀ ਸਾਹਿਬ, ਆਸਾ ਦੀ ਵਾਰ ਮਲਹਾਰ ਅਤੇ ਪੱਟੀ ਵਰਗੀਆਂ ਮਹਾਨ ਬਾਣੀਆਂ ਰਚੀਆਂ ਗਈਆਂ, ਜਿਨ੍ਹਾਂ ਨੇ ਬਰਾਬਰੀ ਦੇ ਇਸ ਸੰਦੇਸ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਦਿੱਤਾ। ਇਸ ਮਹਾਨ ਭੌਤਿਕ ਸਫ਼ਰ ਦਾ ਅੰਤ 22 ਸਤੰਬਰ 1539 ਨੂੰ ਹੁੰਦਾ ਹੈ, ਜਦੋਂ ਗੁਰੂ ਸਾਹਿਬ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ। ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ, ਸਰੀਰਕ ਸਫ਼ਰ ਜ਼ਰੂਰ ਮੁੱਕਿਆ, ਪਰ ਵਿਚਾਰਧਾਰਾ ਬਿਲਕੁਲ ਨਹੀਂ ਰੁਕੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਹੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਸੀ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ। ਇਸ ਤਰ੍ਹਾਂ ਇਹ ਰੂਹਾਨੀ ਅਤੇ ਸਮਾਜਿਕ ਬਰਾਬਰੀ ਦੀ ਜੋਤ ਅੱਗੇ ਵਧਦੀ ਰਹੀ। ਤਾਂ ਇਸ ਪੂਰੇ ਇਤਿਹਾਸਿਕ ਵਿਸ਼ਲੇਸ਼ਣ ਦੇ ਅੰਤ ਤੇ ਜਾਂਦੇ-ਜਾਂਦੇ ਮੇਰਾ ਤੁਹਾਡੇ ਲਈ ਇੱਕ ਸਵਾਲ ਹੈ। ਜ਼ਰਾ ਸੋਚੋ, ਸਦੀਆਂ ਪਹਿਲਾਂ ਕਰਤਾਰਪੁਰ ਦੀ ਧਰਤੀ ਤੇ ਸੰਗਤ ਅਤੇ ਪੰਗਤ ਰਾਹੀਂ ਬਰਾਬਰੀ ਦੇ ਜੋ ਬੀਜ ਬੀਜੇ ਗਏ ਸਨ, ਉਹ ਅੱਜ ਦੀ ਇਸ ਆਧੁਨਿਕ ਦੁਨੀਆ ਵਿੱਚ ਸਾਡੀ ਅਗਵਾਈ ਕਿਵੇਂ ਕਰ ਸਕਦੇ ਹਨ? ਅੱਜ ਜਦੋਂ ਦੁਨੀਆ ਅਨੇਕਾਂ ਆਰਥਿਕ ਅਤੇ ਸਮਾਜਿਕ ਵੰਡੀਆਂ ਵਿੱਚ ਉਲਝੀ ਹੋਈ ਹੈ, ਤਾਂ ਮਨੁੱਖੀ ਏਕਤਾ ਦੇ ਇਹ ਸਿਧਾਂਤ ਸ਼ਾਇਦ ਅੱਜ ਪਹਿਲਾਂ ਨਾਲੋਂ ਵੀ ਕਿਤੇ ਵੱਧ ਢੁਕਵੇਂ ਨੇ। ਇਸ ਤੇ ਜ਼ਰੂਰ ਵਿਚਾਰ ਕਰਿਓ। ਸਾਡੇ ਨਾਲ ਇਸ ਸਫ਼ਰ 'ਚ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਿੱਖਦੇ ਰਹੋ ਅਤੇ ਇਹ ਅਨਮੋਲ ਜਾਣਕਾਰੀ ਅੱਗੇ ਵੀ ਵੰਡਦੇ ਰਹੋ। ਸਤਿ ਸ਼੍ਰੀ ਅਕਾਲ।